ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅਤੇ ਸਾਡੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਤੁਹਾਨੂੰ ਪਤਾ ਹੀ ਹੋਵੇਗਾ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਿਰਪਾ ਦੁਆਰਾ ਫੜੇ ਜਾਣਾ ਬਾਰੇ ਗੱਲਬਾਤ ਕਰ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਵੇਖਿਆ ਕਿ ਕਿਰਪਾ ਪਰਮੇਸ਼ਰ ਦਾ ਇੱਕ ਮਹਾਨ ਵਰਦਾਨ ਹੈ ਜੋ ਕਿ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦਾ ਹੈ। ਕਿਰਪਾ ਨੂੰ ਅਸੀਂ ਆਪਣੇ ਚੰਗੇ ਕੰਮਾਂ ਨਾਲ ਹਾਸਿਲ ਨਹੀਂ ਕਰ ਸਕਦੇ, ਬਲਕਿ ਇਹ ਤਾਂ ਪੂਰੀ ਤਰ੍ਹਾਂ ਪਰਮੇਸ਼ਰ ਦਾ ਕਿਸੇ ਵਿਅਕਤੀ ਵੱਲ ਉਪਰਾਲਾ ਕੀਤਾ ਜਾਣਾ ਹੀ ਹੈ। ਇਸ ਦੇ ਵਿੱਚ ਕਿਸੇ ਵੀ ਮਨੁੱਖ ਦੀ ਕੋਈ ਵੀ ਭੂਮਿਕਾ ਨਹੀਂ ਹੁੰਦੀ। ਦੋਸਤੋ, ਪਰਮੇਸ਼ਰ ਦੀ ਕਿਰਪਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਇਹ ਬੜੀ ਅਦਭੁਤ ਚੀਜ਼ ਹੈ। ਜਿਹਨੂੰ ਵੀ ਇਹ ਪ੍ਰਾਪਤ ਹੁੰਦੀ ਹੈ ਉਹਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ। ਜਿਸ ਕਰਕੇ ਕਿਸੇ ਨੇ ਵੀ ਇਸ ਕਿਰਪਾ ਦੇ ਸਵਾਦ ਨੂੰ ਚਖਿਆ ਹੈ, ਉਸ ਦੀ ਬਦਲੀ ਹੋਈ ਜ਼ਿੰਦਗੀ ਹੀ ਇਸ ਗੱਲ ਦਾ ਪ੍ਰਮਾਣ ਹੈ ਕਿ ਪਰਮੇਸ਼ਰ ਉਸ ਵਿਅਕਤੀ ਤੇ ਕਿੰਨਾ ਮਿਹਰਬਾਨ ਹੈ। ਉਹਨੇ ਉਸ ਵਿਅਕਤੀ ਨੂੰ ਪਾਪ ਦੀ ਦਲਦਲ ਤੋਂ ਬਾਹਰ ਕੱਢ ਲਿਆ ਔਰ ਪਾਪ ਦੀ ਮੌਤ ਤੋਂ ਹਮੇਸ਼ਾ ਦੇ ਲਈ ਬਚਾ ਲਿਆ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਨੂੰ ਬਖਸ਼ ਦਿੱਤਾ ਹੈ। ਹੁਣ ਉਹ ਵਿਅਕਤੀ ਦੇ ਜੀਵਨ ਵਿੱਚ ਕੇਂਦਰ ਬਿੰਦੂ ਉਸ ਦਾ ਆਪਣਾ ਅਹੰਕਾਰੀ ਸੁਭਾਅ ਨਹੀਂ ਹੁੰਦਾ, ਸਗੋਂ ਪ੍ਰਭੂ ਯਿਸੂ ਮਸੀਹ ਦਾ ਪ੍ਰੇਮ ਹੁੰਦਾ ਹੈ। ਅਸੀਂ ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਇਸ ਦੇ ਦੋ ਉਦਾਹਰਨਾਂ ਨੂੰ ਦੇਖਿਆ ਸੀ। ਇੱਕ ਉਦਾਹਰਨ ਬਾਈਬਲ ਵਿੱਚੋਂ ਪ੍ਰਭੂ ਯਿਸੂ ਮਸੀਹ ਜੀ ਦੇ ਰਸੂਲ ਸੰਤ ਪੌਲੁਸ ਬਾਰੇ ਸੀ, ਜੋ ਕਿ ਕਿਸੇ ਸਮੇਂ ਪਰਮੇਸ਼ਰ ਦੀ ਕਲੀਸਿਆ ਦੇ ਉੱਤੇ ਅਤਿਆਚਾਰ ਕਰਨ ਵਾਲਾ ਸੀ। ਪਰ ਜਦੋਂ ਪਰਮੇਸ਼ਰ ਦੀ ਕਿਰਪਾ ਉਸ 'ਤੇ ਹੋਈ ਤਾਂ ਉਹ ਸਾਰੇ ਸੰਸਾਰ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਅਤੇ ਪ੍ਰੇਮ ਦਾ ਪ੍ਰਚਾਰ ਕਰਨ ਵਾਲਾ ਬਣਿਆ। ਦੂਜਾ ਉਦਾਹਰਨ ਜੌਨ ਨਿਊਟਨ ਬਾਰੇ ਸੀ, ਜੋ ਕਿ ਪਰਮੇਸ਼ਰ ਦਾ ਘੋਰ ਨਿੰਦਕ ਸੀ, ਪਰ ਜਦੋਂ ਉਸ ਉੱਤੇ ਕਿਰਪਾ ਹੋਈ ਤਾਂ ਉਸਨੇ ਅਮੇਜ਼ਿੰਗ ਗ੍ਰੇਸ ਭਾਵ ਹੈਰਾਨ ਕਰਨ ਵਾਲੀ ਕਿਰਪਾ ਦੇ ਨਾਮ ਤੋਂ ਇੱਕ ਗੀਤ ਲਿਖਿਆ, ਜੋ ਕਿ ਅੱਜ ਵੀ ਸਾਰੇ ਸੰਸਾਰ ਦੇ ਵਿੱਚ ਸ਼ਰਧਾ ਅਤੇ ਜੋਸ਼ ਦੇ ਨਾਲ ਗਾਇਆ ਜਾਂਦਾ ਹੈ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਦਾ ਹੈ ਤਾਂ ਸਾਨੂੰ ਤੁਸੀਂ ਤੁਹਾਡੀ ਟੀਵੀ ਦੀ ਸਕਰੀਨ ਦੇ ਉੱਤੇ ਜਿਹੜੇ ਨੰਬਰ ਚੱਲ ਰਹੇ ਆ ਉਹਨਾਂ 'ਤੇ ਮਿਸ ਕਾਲ ਕਰ ਸਕਦੇ ਹੋ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਾਂਗੇ ਕਿ ਮਨੁੱਖ ਜਾਤੀ ਜਿਸ ਬਿਮਾਰੀ ਦੇ ਨਾਲ ਜਕੜੀ ਹੋਈ ਹੈ ਉਸ ਦਾ ਨਾਮ ਪਾਪ ਹੈ, ਪਰ ਇਹ ਬਿਮਾਰੀ ਦਾ ਇਲਾਜ ਹੋ ਸਕਦਾ ਹੈ। ਇਹ ਗੰਭੀਰ ਬਿਮਾਰੀ ਜ਼ਰੂਰ ਹੈ ਪਰ ਲਾ ਇਲਾਜ ਨਹੀਂ, ਅਤੇ ਉਸ ਇਲਾਜ ਨੂੰ ਪਰਮੇਸ਼ਰ ਦੀ ਕਿਰਪਾ ਕਿਹਾ ਜਾਂਦਾ ਹੈ। ਅੱਜ ਅਸੀਂ ਕਿਰਪਾ ਦੇ 7 ਨਿਯਮਾਂ ਬਾਰੇ ਜਾਣਾਂਗੇ ਤੇ ਆਓ ਫਿਰ ਬਿਨਾਂ ਦੇਰ ਕੀਤੇ ਚੱਲਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਇਸ ਲਈ ਆਓ ਆਪਣੇ ਮਨਾਂ ਨੂੰ ਇਸ ਭਜਨ ਨੂੰ ਸੁਣਨ ਦੇ ਲਈ ਤਿਆਰ ਕਰੀਏ। चुकना मैं पल पहाड़ा मदद लई मैं किस नू पुकारा। अखियां चुकना मैं पल पहाड़ा मदद लई मैं किस नू पुकारा। मेरी मदद नू रब आप ही आया, मेरी मदद नू रब आप ही आया। जिने धरती आकाश बनाया, तेरे पैरां नू देवे खुलारा। मदद लई मैं किस नू पुकारा। अखियां चुकना
ਪਹਾੜਾਂ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਤੇਰਾ ਰਾਖਾ ਨਾ ਕਦੀ ਉਂਗਲਾਵੇ ਤੇਰਾ ਰਾਖਾ ਨਾ ਕਦੀ ਉਂਗਲਾਵੇ ਤੇਰੇ ਰੱਬ ਨੂੰ ਨਿੰਦਰ ਵੀ ਨਾ ਆਵੇ ਇਸਰਾਈਲ ਦੀਆਂ ਰੱਖਦਾ ਉਤਾੜਾ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ ਮਦਦ ਲਈ ਮੈਂ ਕਿਸ ਨੂੰ ਪੁਕਾਰਾਂ ਦੀਨੇ ਸੂਰਜ ਨਾ ਤੈਨੂੰ ਸਤਾਵੇ ਦੀਨੇ ਸੂਰਜ ਨਾ ਤੈਨੂੰ ਸਤਾਵੇ ਰਾਤੀ ਚੰਨ ਵੀ ਨਾ ਤੁਝ ਦੁੱਖ ਪਹੁੰਚਾਵੇ ਖੌਫ ਖਾਵੇਂਗਾ ਨਾ ਵਿੱਚ ਉਜਾੜਾ ਪਾਲੂਸ ਇੱਥੇ ਕਿਰਪਾ ਦੇ ਅੰਗਾਂ ਦਾ ਵਰਣਨ ਕਰਦਾ ਹੈ। ਬਾਈਬਲ ਬਾਣੀ ਦੇ ਇਸ ਭਾਗ ਵਿੱਚ ਕਿਰਪਾ ਦੇ 7 ਨਿਯਮ ਦਾ ਜ਼ਿਕਰ ਕੀਤਾ ਗਿਆ ਹੈ। ਪਾਲੂਸ ਇੱਥੇ ਕਿਰਪਾ ਦੇ ਅੰਗਾਂ ਦਾ ਵਰਣਨ ਕਰਦਾ ਹੈ। ਬਾਈਬਲ ਬਾਣੀ ਦੇ ਇਸ ਭਾਗ ਵਿੱਚ ਕਿਰਪਾ ਦੇ 7 ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ। ਡੋਨਲਡ ਗ੍ਰੇ ਬਨਹਾਊਸ ਬਾਈਬਲ ਵਿੱਚ ਸਭ ਤੋਂ ਮਹਾਨ ਭਾਗ ਹੈ। ਉਸ ਨੇ ਆਪਣੀ ਅਧਿਐਨ ਕਰਨ ਵਾਲੀ ਬਾਈਬਲ ਵਿੱਚ ਇੱਕ ਦਿਲ ਨੂੰ ਖਿੱਚ ਲੈਣ ਵਾਲੀ ਤਸਵੀਰ ਪੇਸ਼ ਕੀਤੀ ਹੈ, ਕਿਉਂਕਿ ਉਸ ਨੇ ਆਖਿਆ ਕਿ ਇਹ ਆਇਤ ਰੋਮੀਓ ਦੀ ਪੱਤਰੀ ਦਾ ਦਿਲ ਸਨ। ਇਹ ਆਇਤਾਂ ਨਵੇਂ ਨੇਮ ਦਾ ਇੱਕ ਦਿਲ ਸਨ। ਆਇਤਾਂ ਖੁਸ਼ਖਬਰੀ ਦਾ ਦਿਲ ਸਨ। ਕਈ ਲੋਕ ਬਾਰ-ਬਾਰ ਇਸ ਬਾਈਬਲ ਦੇ ਭਾਗ ਨੂੰ ਪੜ੍ਹਦੇ ਹਨ ਕਿਉਂਕਿ ਇਹ ਉਹਨਾਂ ਲਈ ਵੱਡਾ ਉਤਸ਼ਾਹ ਦਿਲਾਸੇ ਦਾ ਸਰੋਤ ਰਿਹਾ ਹੈ। ਜਦੋਂ ਆਪ ਨੂੰ ਕਿਸੇ ਭਿਆਨਕ ਬਿਮਾਰੀ ਦਾ ਪਤਾ ਲੱਗੇ ਅਤੇ ਫਿਰ ਆਪ ਇਹ ਜਾਣ ਲਵੋ ਕਿ ਇਸ ਦਾ ਇੱਕ ਇਲਾਜ ਵੀ ਹੈ, ਤਦ ਇਸ ਨਾਲੋਂ ਬਿਹਤਰ ਹੋਰ ਕੁਝ ਵੀ ਨਹੀਂ ਹੁੰਦਾ। ਜਦੋਂ ਕਿਸੇ ਨੂੰ ਇਹ ਦੱਸਿਆ ਜਾਵੇ ਕਿ ਉਸ ਨੂੰ ਇੱਕ ਲਾਇਲਾਜ ਬਿਮਾਰੀ ਹੈ, ਤਦ ਇਹ ਤਾਂ ਬਹੁਤ ਹੀ ਵੱਡੀ ਲਿਚਾਰੀ ਹੁੰਦੀ ਹੈ। ਜਦੋਂ ਮੈਨੂੰ ਆਪਣੇ ਸਰੀਰ ਦੀ ਇੱਕ ਬਿਮਾਰੀ ਦੇ ਹੋਣ ਦਾ ਪਤਾ ਲੱਗਾ ਜਿਸ ਦਾ ਇਲਾਜ ਸੰਭਵ ਸੀ, ਤਦ ਮੈਨੂੰ ਬਹੁਤ ਉਤਸ਼ਾਹ ਮਿਲਿਆ ਕਿਉਂਕਿ ਉਸੇ ਬਿਮਾਰੀ ਦੀਆਂ ਕਈ ਕਿਸਮਾਂ ਹੋਰ ਵੀ ਸਨ। ਮੈਂ ਨਹੀਂ ਜਾਣਦਾ ਕਿ ਮੈਂ ਉਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਿਆ, ਜੀ ਨਹੀਂ, ਪਰ ਮੈਂ ਉਸ ਵੱਡੀ ਆਸ ਨੂੰ ਫੜੀ ਬੈਠਾ ਹਾਂ ਅਤੇ ਮੈਂ ਆਪ ਨੂੰ ਵੀ ਇਹ ਦੱਸਣ ਲਈ ਇੰਨਾ ਬੇਤਾਬ ਹਾਂ। ਭਾਵੇਂ ਆਪ ਸਭ ਨੂੰ ਇੱਕ ਬਿਮਾਰੀ ਹੈ ਜਿਸ ਨੂੰ ਪਾਪ ਆਖਿਆ ਜਾਂਦਾ ਹੈ, ਪਰ ਇਸ ਦਾ ਇਲਾਜ ਹੈ ਅਤੇ ਉਸ ਇਲਾਜ ਨੂੰ ਕਿਰਪਾ ਆਖਿਆ ਜਾਂਦਾ ਹੈ। ਹੁਣ ਮੈਂ ਆਪ ਨੂੰ ਕਿਰਪਾ ਦੇ 7 ਨਿਯਮ ਬਾਰੇ ਦੱਸਾਂਗਾ ਜਿਨ੍ਹਾਂ ਦਾ ਜ਼ਿਕਰ ਠੀਕ ਇਸ ਬਾਣੀ ਦੇ ਭਾਗ ਵਿੱਚ ਹੈ। ਸਭ ਤੋਂ ਪਹਿਲਾਂ ਕਿਰਪਾ ਕੰਮਾਂ ਤੋਂ ਬਗੈਰ ਰੋਮੀਓ 3:21 ਦੇ ਵਚਨ ਹਨ। ਪਰ ਹੁਣ ਸ਼ਰ੍ਹਾ ਦੇ ਬਾਝੋਂ ਪਰਮੇਸ਼ਰ ਦਾ ਧਰਮ ਪ੍ਰਗਟ ਹੋਇਆ ਹੈ। ਕਿਰਪਾ ਕੀ ਹੈ? ਕਿਰਪਾ ਪਰਮੇਸ਼ਰ ਵੱਲੋਂ ਆਪ ਦੇ ਸਵਰਗ ਵਿੱਚ ਆਪਣੀ ਖੁਦ ਦੀ ਕੋਸ਼ਿਸ਼ ਨਾਲ ਜਾਣ ਵਿੱਚ ਆਪ ਦੀ ਕੁਝ ਮਦਦ ਕਰਨਾ ਨਹੀਂ ਹੈ। ਛੋਟੇ ਹੁੰਦਿਆਂ ਮੈਂ ਇੱਕ ਪ੍ਰਚਾਰਕ ਨੂੰ ਕਦੇ-ਕਦੇ ਇਹ ਆਖਦਿਆਂ ਸੁਣਦਾ ਹੁੰਦਾ ਸੀ ਕਿ ਸਵਰਗ ਨੂੰ ਜਾਣਾ ਇੱਕ ਇਹੋ ਜਿਹੀ ਕਿਸ਼ਤੀ ਵਿੱਚ ਸਵਾਰ ਹੋਣਾ ਹੈ ਜਿਸ ਦੇ 2 ਚੱਪੂ ਹੋਵੇ, ਇੱਕ ਚੱਪੂ ਕੰਮਾਂ ਦਾ ਅਤੇ ਦੂਸਰਾ ਕਿਰਪਾ ਦਾ ਚੱਪੂ। ਪਰ ਜਦੋਂ ਮੈਂ ਵੱਡਾ ਹੋ ਕੇ ਬਾਈਬਲ ਬਾਣੀ ਦੀ ਸਿੱਖਿਆ ਨੂੰ ਸਮਝਿਆ ਤਦ ਮੈਂ ਜਾਣਿਆ ਕਿ ਜੇਕਰ ਆਪ ਕਿਸੇ ਇਹੋ ਜਿਹੀ ਕਿਸ਼ਤੀ ਵਿੱਚ ਹੋਵੋ ਤਦ ਤਾਂ ਆਪ ਆਪਣੇ ਜੀਵਨ ਦਾ ਘੁੰਮਣ ਘੇਰੀ ਵਿੱਚ ਹੀ ਫਸ ਜਾਓਗੇ, ਕਿਉਂਕਿ ਇਸ ਦਾ ਇੱਕ ਚੱਪੂ ਤਾਂ ਕੰਮ ਹੀ ਨਹੀਂ ਕਰਦਾ ਅਤੇ ਇਹ ਚੱਪੂ ਕੰਮਾਂ ਦਾ ਚੱਪੂ ਹੈ।
ਆਪਣੇ ਕੰਮਾਂ ਦੇ ਦੁਆਰਾ ਸਵਰਗ ਨੂੰ ਜਾਣ ਦਾ ਕੋਈ ਮਾਰਗ ਨਹੀਂ ਹੈ। ਇਸ ਬਾਰੇ ਇੱਕ ਪਲ ਸੋਚੋ, ਜੇਕਰ ਕੋਈ ਇਹੋ ਜਿਹਾ ਤਰੀਕਾ ਹੁੰਦਾ ਜਿਸ ਕਰਕੇ ਮਨੁੱਖ ਆਪਣੀ ਸ਼ਕਤੀ ਨਾਲ ਸਵਰਗ ਨੂੰ ਜਾ ਸਕਦਾ, ਕਿ ਆਪ ਸੋਚਦੇ ਹੋ ਕਿ ਸਰਵਸ਼ਕਤੀਮਾਨ ਪਰਮੇਸ਼ਰ ਆਪਣੇ ਪੁੱਤਰ ਨੂੰ ਹੇਠਾਂ ਆ ਕੇ ਸਾਡੇ ਸਜ਼ਾ ਦੇ ਹਰਜਾਨਾ ਭਰਨ ਦਿੰਦਾ ਹੈ। ਬਾਈਬਲ ਬਾਣੀ ਸਿਖਾਉਂਦੀ ਹੈ ਕਿ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਤੋਂ ਬਗੈਰ ਹੀ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਪਾਉਂਦੇ ਹਾਂ। ਇਸ ਤਰ੍ਹਾਂ ਦੀ ਕੋਸ਼ਿਸ਼ ਕਰਕੇ ਅਸੀਂ ਕਿਰਪਾ ਤੋਂ ਪਰੇ ਹੀ ਹੁੰਦੇ ਹਾਂ। ਰੋਮੀਓ ਦੀ ਸਮੁੱਚੀ ਪੱਤਰੀ ਦਾ ਸੰਦੇਸ਼ ਇਹੋ ਹੀ ਹੈ। ਕੰਮਾਂ ਦੇ ਨਾਲ ਘੁਲੀ ਮਿਲੀ ਹੋਈ ਕਿਰਪਾ ਨਹੀਂ ਹੈ ਜੋ ਕਿਸੇ ਵਿਅਕਤੀ ਦੀ ਪਰਮੇਸ਼ਰ ਨੂੰ ਜਾਣਨ ਵਿੱਚ ਮਦਦ ਕਰਦੀ ਹੋਵੇ। ਇਸ ਕਰਕੇ ਸਾਨੂੰ ਈਸ਼ਵਰੀ ਮਦਦ ਦੀ ਲੋੜ ਹੈ। ਜਿਸ ਉਲਝਣ ਵਿੱਚ ਅਸੀਂ ਫਸ ਗਏ ਹਾਂ, ਜ਼ਰੂਰਤ ਹੈ ਕੋਈ ਆ ਕੇ ਸਾਨੂੰ ਉਸ ਵਿੱਚੋਂ ਬਾਹਰ ਕੱਢੇ। ਇਹ ਹੈ ਜੋ ਪਰਮੇਸ਼ਰ ਨੇ ਆਪਣੀ ਕਿਰਪਾ ਦੇ ਰਾਹੀਂ ਕੀਤਾ। ਉਸ ਨੇ ਇਹ ਕੰਮ ਤੋਂ ਬਗੈਰ ਹੀ ਕੀਤਾ ਹੈ। ਇਫਸੀਆਂ ਦੀ ਪੱਤਰੀ 2 ਅਧਿਆਇ 8-9 ਦੇ ਵਚਨ ਹਨ। ਕਿਉਂ ਜੋ ਤੁਸੀਂ ਕਿਰਪਾ ਤੋਂ ਨੇਚਾ ਦੇ ਰਾਹੀਂ ਬਚਾਏ ਗਏ ਹੋ, ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਇਹ ਕਰਨੀਆਂ ਤੋਂ ਨਹੀਂ, ਅਜਿਹਾ ਨਾ ਹੋਵੇ ਭਾਈ ਕੋਈ ਘਮੰਡ ਕਰੇ। 2 ਵਾਰ ਇਹਨਾਂ ਵਚਨਾਂ ਵਿੱਚ ਸਾਨੂੰ ਦੱਸਿਆ ਗਿਆ ਹੈ ਇਹ ਕਰਨੀਆਂ ਤੋਂ ਨਹੀਂ। ਦੂਸਰਾ ਤੀਮੋਥੇਉਸ 1 ਅਧਿਆਇ 9 ਦੇ ਵਚਨ ਸਾਨੂੰ ਦੱਸਦੇ ਹਨ, ਜਿਸ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਸੱਦਿਆ, ਸਾਡੀਆਂ ਕਰਨੀਆਂ ਦੇ ਅਨੁਸਾਰ ਨਹੀਂ, ਸਗੋਂ ਆਪਣੀ ਮਨਸ਼ਾ ਦੇ ਅਤੇ ਉਸ ਕਿਰਪਾ ਦੇ ਅਨੁਸਾਰ ਜਿਹੜੀ ਮਸੀਹ ਯਿਸੂ ਵਿੱਚ ਸਨਾਤਨ ਸਮਿਆਂ ਤੋਂ ਸਾਡੇ ਉੱਤੇ ਕੀਤੀ ਗਈ। ਤੀਤਸ ਦੀ ਪੱਤਰੀ 3 ਅਧਿਆਇ 5 ਵਚਨ ਆਖਦੇ ਹਨ, ਉਸ ਨੇ ਉਹਨਾਂ ਧਰਮ ਨੂੰ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ, ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਖਸ਼ਿਆ। ਇਸ ਤੋਂ ਬਾਅਦ ਕਿਰਪਾ ਦਾ ਦੂਸਰਾ ਨਿਯਮ ਇਹ ਹੈ ਕਿ ਕਿਰਪਾ ਨੇਚਾ ਦੁਆਰਾ ਕਬੂਲ ਕੀਤੇ ਜਾਣਾ ਕਿਰਪਾ ਕਰਨੀਆਂ ਤੋਂ ਬਗੈਰ ਹੈ। ਇੱਕ ਵਾਰ ਫਿਰ ਜ਼ੋਰ ਨਾਲ ਆਖੋ ਕਿ ਕਿਰਪਾ ਕਰਨੀਆਂ ਤੋਂ ਬਗੈਰ ਹੈ। ਦੂਸਰਾ ਨਿਯਮ ਕਿਰਪਾ ਨੇਚਾ ਦੁਆਰਾ ਕਬੂਲ ਕੀਤੀ ਜਾਂਦੀ ਹੈ। ਰੋਮੀਓ 3 ਅਧਿਆਇ 22 ਦੇ ਵਚਨ ਉੱਤੇ ਗੌਰ ਕਰੋ। ਪਰਮੇਸ਼ਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨੇਚਾ ਕਰਨ ਤੋਂ ਪਾਈਦਾ ਹੈ। ਕਿਸੇ ਨੇ ਇਸ ਬਾਰੇ ਮੈਨੂੰ ਇਸ ਤਰ੍ਹਾਂ ਆਖਿਆ ਸੀ, ਨੇਚਾ ਉਹ ਦੁਆਰ ਹੈ ਜਿਸ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਕਿਰਪਾ ਨੂੰ ਪ੍ਰਾਪਤ ਕਰਦੇ ਹਾਂ। ਪਰਮੇਸ਼ਰ ਦੀ ਕਿਰਪਾ ਸਾਡੇ ਲਈ ਯਿਸੂ ਮਸੀਹ ਪਰਮੇਸ਼ਰ ਦਾ ਵਰਦਾਨ ਹੈ। ਪਰਮੇਸ਼ਰ ਦੀ ਕਿਰਪਾ ਯਿਸੂ ਮਸੀਹ ਪਰਮੇਸ਼ਰ ਦਾ ਵਰਦਾਨ ਹੈ ਜੋ ਸਾਡੇ ਮੁਕਤੀਦਾਤਾ ਹੋਣ ਲਈ ਧਰਤੀ ਉੱਤੇ ਆਇਆ। ਅਸੀਂ ਪਰਮੇਸ਼ਰ ਦੀ ਕਿਰਪਾ ਦੇ ਵਰਦਾਨ ਨੂੰ ਕਿਵੇਂ ਪਾਉਂਦੇ ਹਾਂ? ਅਸੀਂ ਇਸ ਨੂੰ ਨੇਚਾ ਦੀਆਂ ਫੈਲਾਈਆਂ ਹੋਈਆਂ ਬਾਹਾਂ ਰਾਹੀਂ ਪ੍ਰਾਪਤ ਕਰਦੇ ਹਾਂ। ਜਦੋਂ ਅਸੀਂ ਇਹ ਆਖਦੇ ਪ੍ਰਾਰਥਨਾ ਕਰਦੇ ਹਾਂ ਕਿ ਹੇ ਪ੍ਰਭੂ ਪਰਮੇਸ਼ਰ, ਮੈਂ ਨੇਚਾ ਕਰਦਾ ਹਾਂ ਉਹ ਸਭ ਉੱਤੇ ਜੋ ਆਪ ਆਪਣੀ ਬਾਣੀ ਵਿੱਚ ਆਖਦੇ ਹੋ। ਮੈਂ ਨੇਚਾ ਕਰਦਾ ਹਾਂ ਕਿ ਆਪ ਨੇ ਯਿਸੂ ਨੂੰ ਮੇਰੇ ਮੁਕਤੀਦਾਤਾ ਹੋਣ ਲਈ ਭੇਜਿਆ ਸੀ। ਜੋ ਵੀ ਆਪ ਮੈਨੂੰ ਦੇ ਰਹੇ ਹੋ, ਮੈਂ ਆਪਣੇ ਹੱਥ ਫੈਲਾ ਕੇ ਉਸ ਨੂੰ ਕਬੂਲ ਕਰਦਾ ਹਾਂ, ਅਤੇ ਨੇਚਾ ਨਾਲ ਮੈਂ ਇਹ ਮੰਗਦਾ ਹਾਂ ਕਿ ਆਪ ਨੇ ਸੱਚ ਹੀ ਆਖਿਆ ਹੈ ਕਿ ਪਰਮੇਸ਼ਰ ਦੇ ਇੱਕ ਸੇਵਕ ਸੀ। ਸਪਰਜਨ ਦੇ ਅਨੁਸਾਰ ਨੇਚਾ ਇਹ ਵਿਸ਼ਵਾਸ ਕਰ ਲੈਣਾ ਹੈ ਜੋ ਯਿਸੂ ਮਸੀਹ ਦੇ ਹੋਣ ਬਾਰੇ ਆਖਿਆ ਗਿਆ ਹੈ, ਅਤੇ ਉਸ ਉੱਤੇ ਵੀ ਜੋ ਕੁਝ ਉਹ ਕਰੇਗਾ ਜਿਸ ਦੇ ਕਾਰਨ ਤੇ ਉਸ ਨੇ ਵਾਅਦਾ ਕੀਤਾ ਹੈ। ਤੇ ਫਿਰ ਉਸ ਤੋਂ ਇਹ ਆਸ ਕਰਨਾ ਹੈ। ਨੇਚਾ ਦਾ ਬਸ ਪਰਮੇਸ਼ਰ ਦੀ ਬਾਣੀ ਦੀ ਸ਼ਲਾਘਾ ਕਰਨਾ ਅਤੇ ਜੋ ਪਰਮੇਸ਼ਰ ਆਖਦਾ ਹੈ ਉਸ ਨੂੰ ਕਬੂਲ ਕਰ ਲੈਣਾ ਹੀ। ਜਦੋਂ ਆਪ ਪ੍ਰਭੂ ਨੂੰ ਇਹ ਆਖਦੇ ਹੋ ਕਿ ਮੈਨੂੰ ਇਹ ਵਿਸ਼ਵਾਸ ਹੈ, ਭਾਵੇਂ ਮੈਂ ਇਹ ਨੇਚਾ ਕਰਦਾ ਹਾਂ ਕਿ ਆਪ ਨੇ ਆਪਣੇ ਪੁੱਤਰ ਨੂੰ ਮੇਰੇ ਵਾਸਤੇ ਮਰਨ ਨੂੰ ਭੇਜਿਆ ਹੈ ਤਾਂ ਕਿ ਮੈਂ ਆਪ ਦੇ ਅਬਦੀ ਜੀਵਨ ਦੇ ਵਰਦਾਨ ਨੂੰ ਪ੍ਰਾਪਤ ਕਰਾਂ, ਅਤੇ ਅੱਜ ਮੈਂ ਆਪ ਦੀ ਕਿਰਪਾ ਦੇ ਵਰਦਾਨ ਨੂੰ ਕਬੂਲ ਕਰਦਾ ਹਾਂ। ਇਹੋ ਹੀ ਨੇਚਾ ਹੈ। ਅਕਸਰ ਇਸ ਨੂੰ ਇੱਕ ਪ੍ਰਾਰਥਨਾ ਦੇ ਦੁਆਰਾ ਜ਼ਾਹਿਰ ਕੀਤਾ ਜਾਂਦਾ ਹੈ। ਕਿਰਪਾ ਦਾ ਤੀਸਰਾ ਨਿਯਮ ਇਹ ਹੈ ਕਿ ਕਿਰਪਾ ਉਹਨਾਂ ਸਭਨਾਂ ਲਈ ਉਪਲਬਧ ਹੈ ਜੋ ਨੇਚਾ ਕਰਦੇ ਹਨ। ਕਿਰਪਾ ਕਰਨੀਆਂ ਤੋਂ ਬਗੈਰ ਨੇਚਾ ਦੇ ਦੁਆਰਾ ਕਬੂਲੀ ਜਾਂਦੀ ਹੈ। ਗੌਰ ਕਰੋ, ਤੀਸਰਾ ਨਿਯਮ ਕਿ ਕਿਰਪਾ ਉਹਨਾਂ ਸਭਨਾਂ ਲਈ ਹੈ ਜੋ ਨੇਚਾ ਕਰਦੇ ਹਨ। ਰੋਮੀਓ 3 ਅਧਿਆਇ 22 ਦੇ ਵਚਨ ਆਖਦੇ ਹਨ, ਕਿਰਪਾ ਉਹਨਾਂ ਸਭਨਾਂ ਲਈ ਅਤੇ ਸਭਨਾਂ ਦੇ ਉੱਤੇ ਹੈ ਜੋ ਨੇਚਾ ਕਰਦੇ ਹਨ। ਗੌਰ ਕਰੋ, ਇਹਦਾ ਦਾਇਰਾ ਕਿੰਨਾ ਵਿਸ਼ਾਲ ਹੈ। ਉਹਨਾਂ ਸਭਨਾਂ ਉੱਤੇ ਅਤੇ ਸਭਨਾਂ ਲਈ ਜੋ ਨੇਚਾ ਕਰਦੇ ਹਨ। ਹੋ ਸਕਦਾ ਹੈ ਕਿ ਅੱਜ ਆਪ ਇਹ ਗੌਰ ਕਰ ਰਹੇ ਹੋ ਕਿ ਮੈਂ ਨਹੀਂ ਸੋਚਦਾ ਕਿ ਮੈਂ ਕਿਰਪਾ ਪਾਉਣ ਦੇ ਯੋਗ ਹਾਂ। ਸ਼ਾਇਦ ਆਪ ਆਪਣੇ ਜੀਵਨ ਉੱਤੇ ਝਾਤੀ ਮਾਰ ਰਹੇ ਹੋ। ਹੋ ਸਕਦਾ ਹੈ ਤੁਸੀਂ ਬਹੁਤ ਸਾਰੇ ਪਾਪ ਕੀਤੇ ਹੋਣ। ਹੋ ਸਕਦਾ ਹੈ ਆਪ ਨੇ ਬਹੁਤ ਸਾਰੇ ਪਾਪ ਕੀਤੇ ਹੋਣ, ਲੇਕਿਨ ਕਿਰਪਾ ਦੇ ਦੁਆਰਾ ਆਪ ਨੂੰ ਮਾਫੀ ਮਿਲਦੀ ਹੈ। ਪਰ ਬਾਈਬਲ ਬਾਣੀ ਇਸ ਤਰ੍ਹਾਂ ਨਹੀਂ ਆਖਦੀ। ਪਾਣੀ ਵਿੱਚ ਮਿਲੀ ਗੰਦਗੀ ਕਿੰਨੀ ਵੀ ਕਿਉਂ ਨਾ ਹੋਵੇ, ਜਿਸ ਤਰ੍ਹਾਂ ਇਹ ਸਾਰੇ ਪਾਣੀ ਨੂੰ ਦੂਸ਼ਿਤ ਕਰਦੀ ਹੈ, ਉਸੇ ਤਰ੍ਹਾਂ ਮੁਕਤੀ ਦੀ ਜ਼ਰੂਰਤ ਵਾਲੇ ਲੋਕਾਂ ਵਿੱਚ ਵੀ ਕੋਈ ਭਿੰਨ ਭੇਦ ਨਹੀਂ ਜੋ ਕਿ ਖੋਏ ਹੋਏ ਹਨ। ਅਸੀਂ ਸਾਰੇ ਹੀ ਪਾਪੀ ਹਾਂ। ਮੈਂ ਵੀ ਇਸ ਵਿੱਚ ਖੁਦ ਸ਼ਾਮਲ ਹਾਂ। ਕੋਈ ਧਰਮੀ ਨਹੀਂ, ਇੱਕ ਵੀ ਨਹੀਂ। ਸਿਰਫ ਇੱਕੋ ਹੀ ਪਾਪ ਰਹਿਤ ਹੈ ਜੋ ਧਰਤੀ ਉੱਤੇ ਹੋਇਆ, ਉਹ ਤਾਂ ਸਿਰਫ ਯਿਸੂ ਮਸੀਹ ਸੀ। ਨਾ ਉਸ ਤੋਂ ਬਾਅਦ ਕੋਈ ਹੋਇਆ ਅਤੇ ਨਾ ਹੋਵੇਗਾ, ਕਿਉਂਕਿ ਅਸੀਂ ਸਾਰੇ ਪਾਪੀ ਹੀ ਹਾਂ। ਇਸੇ ਕਰਕੇ ਕਿਰਪਾ ਸਭਨਾਂ ਲਈ ਉਪਲਬਧ ਹੈ। ਮੁਕਤੀ ਦੇ 2 ਮਾਰਗ ਨਹੀਂ, 5 ਮਾਰਗ ਨਹੀਂ, ਇਹ ਤਾਂ ਸਿਰਫ ਇੱਕੋ ਹੀ ਹੈ, ਅਤੇ ਇਹ
ਯਿਸੂ ਮਸੀਹ ਦੇ ਦੁਆਰਾ ਹੀ ਉਸ ਨੇ ਆਖਿਆ, ਰਾਹ, ਸਚਾਈ ਅਤੇ ਜੀਵਨ ਮੈਂ ਹੀ ਹਾਂ। ਬਿਨਾਂ ਮੇਰੇ ਵਸੀਲੇ ਕੋਈ ਪਿਤਾ ਕੋਲ ਨਹੀਂ ਆਉਂਦਾ। ਕਿਰਪਾ ਦਾ ਚੌਥਾ ਨਿਯਮ ਇਹ ਹੈ ਕਿ ਕਿਰਪਾ ਧਰਮੀ ਠਹਿਰਾ ਜਾਣ ਦੇ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਹੁਣ ਮੈਂ ਕੁਝ ਧਰਮ ਸ਼ਾਸਤਰ ਦੇ ਕੁਝ ਦਾ ਜ਼ਿਕਰ ਕਰਨ ਜਾ ਰਿਹਾ ਹਾਂ, ਜਿਨ੍ਹਾਂ ਨੂੰ ਆਪ ਨੇ ਸ਼ਾਇਦ ਉਹਨਾਂ ਦਾ ਅਰਥ ਜਾਣਿਆ ਹੀ ਜ਼ਰੂਰ ਪੜਿਆ ਹੋਵੇਗਾ। ਧਰਮੀ ਠਹਿਰਾਏ ਜਾਣਾ ਸ਼ਬਦ ਦਾ ਅਰਥ ਕੀ ਹੁੰਦਾ ਹੈ? ਰੋਮੀਓ 3:24 ਦੇ ਵਚਨ ਹਨ, ਧਰਮੀ ਗਿਣੇ ਜਾਣਾ। ਕੁਝ ਲੋਕ ਧਰਮੀ ਠਹਿਰਾਏ ਜਾਣ ਨੂੰ ਮਾਫ ਕੀਤੇ ਜਾਣਾ ਹੀ ਆਖਦੇ ਹਨ, ਪਰ ਇਹ ਤਾਂ ਇਸ ਤੋਂ ਬਹੁਤ ਵੱਧ ਕੇ ਹੈ। ਮੇਰਾ ਪਿਤਾ ਆਖਿਆ ਕਰਦਾ ਸੀ ਕਿ ਧਰਮੀ ਠਹਿਰਾਉਣ ਦਾ ਅਰਥ ਹੈ ਜਿਸ ਤਰ੍ਹਾਂ ਮੈਂ ਕਦੇ ਪਾਪ ਕੀਤਾ ਹੀ ਨਹੀਂ ਹੋਵੇ, ਪਰ ਇਸ ਤਰ੍ਹਾਂ ਇਸ ਨਾਲੋਂ ਵੀ ਵੱਧ ਅਦਭੁਤ ਹੈ। ਇਸ ਦਾ ਅਰਥ ਹੈ ਜਿਵੇਂ ਕਿ ਮੈਂ ਕਦੇ ਵੀ ਪਾਪ ਕੀਤਾ ਹੀ ਨਹੀਂ ਹੋਵੇ, ਪਰ ਅਸਲ ਵਿੱਚ ਪਾਪ ਕੀਤਾ ਜ਼ਰੂਰ ਸੀ। ਧਰਮੀ ਠਹਿਰਾਉਣ ਦਾ ਅਰਥ ਹੈ ਕਿਸੇ ਨੂੰ ਠੀਕ ਉਸੇ ਹੀ ਅਹੁਦੇ ਉੱਤੇ ਫਿਰ ਬਿਠਾਉਣਾ ਜਿਸ ਉੱਤੋਂ ਉਹ ਕਿਸੇ ਅਪਰਾਧ ਨੂੰ ਕਰਨ ਤੋਂ ਪਹਿਲਾਂ ਸੀ। ਕੋਈ ਵੀ ਰਾਸ਼ਟਰਪਤੀ ਇਸ ਤਰ੍ਹਾਂ ਨਹੀਂ ਕਰ ਸਕਦਾ। ਉਹ ਤਾਂ ਇਹ ਆਖ ਸਕਦਾ ਹੈ ਕਿ ਅਸੀਂ ਤਾਂ ਉਹਨੂੰ ਤੇਰੇ ਅਪਰਾਧ ਲਈ ਜ਼ਿੰਮੇਵਾਰ ਨਹੀਂ ਠਹਿਰਾਉਂਦੇ, ਪਰ ਉਹ ਉਹਨਾਂ ਨੂੰ ਉਚਿਤ ਨਹੀਂ ਠਹਿਰਾ ਸਕਦਾ। ਪਰ ਪਰਮੇਸ਼ਰ ਸਾਨੂੰ ਧਰਮੀ ਠਹਿਰਾਉਣ ਵਿੱਚ ਇਸ ਤਰ੍ਹਾਂ ਕਰਦਾ ਹੈ। ਪਰਮੇਸ਼ਰ ਆਪਣੀ ਕਿਰਪਾ ਸਾਡੇ ਕੋਲ ਘੱਲਦਾ ਹੈ ਅਤੇ ਸਾਨੂੰ ਪਾਪੀਆਂ ਨੂੰ ਪਰਮੇਸ਼ਰ ਦੇ ਸਨਮੁਖ ਕਬੂਲੇ ਜਾਣ ਵੱਲੋਂ ਬੁਲਾਉਂਦਾ ਹੈ। ਕਿਰਪਾ ਨਾਲ ਸੰਬੰਧਿਤ ਪੰਜਵਾਂ ਨਿਯਮ ਇਹ ਹੈ ਕਿ ਕਿਰਪਾ ਮੁਫਤ ਵਿੱਚ ਬਖਸ਼ੀ ਜਾਂਦੀ ਹੈ। ਰੋਮੀਓ 3:24 ਦੇ ਵਚਨ ਹਨ ਕਿ ਮੁਕਤ ਧਰਮੀ ਗਿਣੇ ਜਾਣਾ। ਮੁਕਤ ਵਾਸਤੇ ਲਤੀਨੀ ਭਾਸ਼ਾ ਵਿੱਚ ਗ੍ਰਿਟਿਸ਼ ਸ਼ਬਦ ਜਿਸ ਦਾ ਅਰਥ ਹੁੰਦਾ ਹੈ ਫ੍ਰੀ, ਭਾਵ ਬਿਨਾਂ ਕਿਸੇ ਕੀਮਤ ਤੋਂ ਮੁਫਤ। ਇਹ ਹਵਾਈ ਅੱਡੇ ਦੇ ਅੰਦਰ ਲਿਖੇ ਕਾਰ ਰਹਿਤ ਦੁਕਾਨ ਤੋਂ ਨਹੀਂ, ਇਹ ਤਾਂ ਬਿਲਕੁਲ ਮੁਫਤ ਹੈ। ਮੁਫਤ ਵਾਸਤੇ ਸਾਨੂੰ ਕੋਈ ਕੀਮਤ ਨਹੀਂ ਦੇਣੀ ਪੈਂਦੀ। ਪਰਮੇਸ਼ਰ ਇੱਥੇ ਆਖਦਾ ਹੈ ਕਿ ਕਿਰਪਾ ਮੁਕਤ ਕਬੂਲੀ ਜਾਂਦੀ ਹੈ। ਉਹ ਕਿਰਪਾ ਸਾਨੂੰ ਬਖਸ਼ਦਾ ਹੈ। ਇਹ ਤਾਂ ਪਰਮੇਸ਼ਰ ਦਾ ਵਰਦਾਨ ਹੈ ਜੋ ਕਿਰਪਾ ਸਾਨੂੰ ਬਖਸ਼ਦਾ ਹੈ। ਸਾਡੇ ਸਮਾਜ ਵਿੱਚ ਸਾਨੂੰ ਸਵਰਗ ਨੂੰ ਜਾਣ ਲਈ ਬਹੁਤ ਕੁਝ ਕਰਨ ਲਈ ਕਿਹਾ ਜਾਂਦਾ ਹੈ, ਪਰ ਇਸ ਲਈ ਅਸੀਂ ਕੀ ਕਰ ਸਕਦੇ ਹਾਂ? ਬਾਈਬਲ ਵਿੱਚ ਇੱਕ ਧਨੀ ਜਵਾਨ ਸਰਦਾਰ ਨੇ ਇਹੋ ਹੀ ਜਾਣਨਾ ਚਾਹਿਆ ਸੀ, ਪਰ ਕਿਰਪਾ ਤਾਂ ਪਰਮੇਸ਼ਰ ਵੱਲੋਂ ਸਾਨੂੰ ਉਹ ਬਖਸ਼ਿਆ ਜਾਣਾ ਜਿਸ ਦੇ ਅਸੀਂ ਹੱਕਦਾਰ ਨਹੀਂ ਹਾਂ। ਇਹ ਤਾਂ ਸਭ ਤੋਂ ਵੱਧ ਅਦਭੁਤ ਚੀਜ਼ ਹੈ, ਇਸ ਕਰਕੇ ਸਾਡੇ ਲਈ ਇਸ ਨੂੰ ਜੱਫਾ ਮਾਰਨਾ ਇੰਨਾ ਮੁਸ਼ਕਿਲ ਹੈ। ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਹਾਂ। ਇੱਕ ਗਰੀਬ ਵਿਧਵਾ ਦੀ ਧੀ ਬਿਮਾਰ ਸੀ ਜਿਸ ਨੂੰ ਤਾਜ਼ੇ ਫਲਾਂ ਦੀ ਜ਼ਰੂਰਤ ਸੀ, ਪਰ ਮਹਿੰਗੇ ਹੋਣ ਕਰਕੇ ਉਸ ਕੋਲ ਖਰੀਦਣ ਵਾਸਤੇ ਕੁਝ ਨਹੀਂ ਸੀ। ਰਾਜੇ ਮਹਿਲ ਦੇ ਬਾਹਰ ਖੜੀ ਅੰਗੂਰ ਦੇ ਅਤੇ ਸੁੰਦਰ ਸੰਤਰਿਆਂ ਦੇ ਬਾਗ ਵੱਲੋਂ ਟਿਕਟਕਾਈ ਲਗਾ ਕੇ ਵੇਖ ਰਹੀ ਸੀ। ਰਾਜੇ ਦੀ ਧੀ ਨੇ ਉਸ ਨੂੰ ਵੇਖਿਆ ਅਤੇ ਭੇਸ ਫਲਾਂ ਦੇ ਇੱਕ ਟੋਕਰੀ ਭਰ ਕੇ ਉਸ ਵਿਧਵਾ ਕੋਲ ਲੈ ਆਈ। ਉਸ ਵਿਧਵਾ ਨੇ ਕੁਝ ਸਿੱਕੇ ਉਸ ਨੂੰ ਦੇਣ ਲਈ ਪੇਸ਼ ਕੀਤੇ। ਰਾਜਕੁਮਾਰੀ ਨੇ ਆਖਿਆ, ਇਹ ਫਲ ਵੰਡਣ ਲਈ ਨਹੀਂ ਹਨ। ਮੇਰਾ ਪਿਤਾ ਰਾਜਾ ਹੈ ਜੋ ਇੰਨਾ ਅਮੀਰ ਹੈ ਕਿ ਇਹ ਫਲ ਵੇਚਦਾ ਨਹੀਂ, ਅਤੇ ਤੂੰ ਇੰਨਾ ਜ਼ਿਆਦਾ ਗਰੀਬ ਹੈ ਕਿ ਤੂੰ ਇਸ ਨੂੰ ਖਰੀਦ ਨਹੀਂ ਸਕਦੀ। ਜਾਂ ਇਹਨਾਂ ਨੂੰ ਮੁਫਤ ਲੈ ਜਾਂ ਫਿਰ ਨਕਾਰ ਦੇ। ਇੱਥੋਂ ਤੱਕ ਕਿ ਕਿਰਪਾ ਦਾ ਸੰਬੰਧ ਹੈ। ਸਵਰਗੀ ਪਿਤਾ ਸਾਨੂੰ ਵੀ ਇਹੋ ਜਿਹਾ ਆਖਦਾ ਹੈ। ਸਾਡਾ ਪਿਤਾ ਇੰਨਾ ਅਮੀਰ ਹੈ ਕਿ ਉਹ ਇਹਨੂੰ ਵੇਚਦਾ ਨਹੀਂ। ਅਸੀਂ ਇੰਨਾ ਜ਼ਿਆਦਾ ਗਰੀਬ ਹਾਂ ਕਿ ਇਸ ਨੂੰ ਖਰੀਦ ਨਹੀਂ ਸਕਦੇ। ਆਪ ਨੂੰ ਨਰਮ ਹੋ ਕੇ ਹੀ ਇਸ ਨੂੰ ਕਬੂਲਣਾ ਪੈਣਾ ਹੈ। ਛੇਵਾਂ ਨਿਯਮ ਕਿਰਪਾ ਨਾਲ ਸੰਬੰਧਿਤ ਇਹ ਹੈ ਕਿ ਕਿਰਪਾ ਮਾਲਕ ਦੇ ਛੁਟਕਾਰੇ ਦੇ ਰਾਹੀਂ ਬਣਨਾ ਪੈਂਦਾ ਹੈ। ਜੀ ਹਾਂ, ਮੁਫਤ ਹੈ। ਕਿਰਪਾ ਮੁਕਤ ਹੀ ਬਖਸ਼ੀ ਜਾਂਦੀ ਹੈ। ਰੋਮੀਓ 3:24 ਦੇ ਵਚਨ ਹਨ, ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਯਿਸੂ ਮਸੀਹ ਹੋਣ ਤੋਂ ਸਾਨੂੰ ਮਿਲਦਾ ਹੈ। ਇੱਥੇ ਪਾਲੂਸ ਨਿਸਤਾਰਾ ਸ਼ਬਦ ਆਪਣੇ ਜ਼ਮਾਨੇ ਦੀ ਅਰਥ ਵਿਵਸਥਾ ਦੀ ਸ਼ਬਦਾਵਲੀ ਤੋਂ ਲੈਂਦਾ ਹੈ। ਇਹ ਸ਼ਬਦ ਨਵੇਂ ਨੇਮ ਦੇ ਜ਼ਮਾਨੇ ਵਿੱਚ ਗੁਲਾਮਾਂ ਨੂੰ ਖਰੀਦਣ ਦੇ ਵੇਚਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ। ਗੁਲਾਮਾਂ ਨੂੰ ਜੌਨ ਨਿਊਟਨ ਦੇ ਸਮੇਂ ਇੱਕ ਮੰਡੀ ਵਿੱਚ ਲਿਆਂਦਾ ਜਾਂਦਾ ਸੀ, ਫਿਰ ਉਹਨਾਂ ਨੂੰ ਪਸ਼ੂਆਂ ਦੀ ਹੀ ਤਰ੍ਹਾਂ ਇੱਕ ਕਤਾਰ ਵਿੱਚ ਖੜੇ ਕੀਤੇ ਜਾਂਦਾ ਸੀ। ਵੱਡੇ ਵੱਡੇ ਸ਼ਾਹੂਕਾਰ ਗੁਲਾਮਾਂ ਦੀ ਪੜਤਾਲ ਕਰਨ ਤੋਂ ਬਾਅਦ ਗੁਲਾਮਾਂ ਨੂੰ ਖਰੀਦਦੇ ਸਨ ਅਤੇ ਆਪਣੇ ਨਵੇਂ ਮਾਲਕ ਦੇ ਨਾਲ ਤੋਰੇ ਜਾਂਦੇ ਸਨ। ਪਾਲੂਸ ਦੇ ਅਨੁਸਾਰ ਜਦੋਂ ਅਸੀਂ ਪਰਮੇਸ਼ਰ ਦੀ ਕਿਰਪਾ ਪਾਉਂਦੇ ਹਾਂ ਤਦ ਉਹ ਸਾਡੇ ਬੰਧਨ ਖੋਲ੍ਹ ਦਿੰਦਾ ਹੈ। ਉਹ ਸਾਨੂੰ ਛੁਡਾਉਂਦਾ ਹੈ। ਪਾਪ ਦੀ ਮੰਡੀ ਵਿੱਚ ਸਾਨੂੰ ਖਰੀਦ ਕੇ ਪਰਮੇਸ਼ਰ ਸਾਨੂੰ ਆਪਣੀ ਖੁਦ ਦੀ ਸੰਤਾਨ ਹੋਣ ਲਈ ਸੁਰਗ ਨੂੰ ਲੈ ਜਾਂਦਾ ਹੈ। ਪਸ਼ੂਆਂ ਦੀ ਮੰਡੀ ਵਿੱਚੋਂ ਕਦੇ ਜਾ ਕੇ ਇਸ ਬਾਰੇ ਸੋਚੋ। ਠੀਕ ਸਾਡੀ ਹਾਲਤ ਪਾਪ ਵਿੱਚ ਉਹਨਾਂ ਵੇਚੇ ਜਾਣ ਵਾਲੇ ਪਸ਼ੂਆਂ ਦੀ ਤਰ੍ਹਾਂ ਹੀ ਸੀ। ਇਸ ਤੋਂ ਇਲਾਵਾ ਹੋਰ ਕੁਝ ਵੀ ਆਪ ਦੇ ਦਿਲ ਨੂੰ ਤੋੜ ਨਹੀਂ ਸਕਦਾ। ਇਹ ਉਸੇ ਦੀ ਸੰਪੂਰਨ ਤਸਵੀਰ ਹੈ ਜੋ ਪਰਮੇਸ਼ਰ ਨੇ ਸਾਡੇ ਲਈ ਕੀਤਾ ਹੈ। ਅਸੀਂ ਜਦੋਂ ਪਾਪ ਦੀ ਗੁਲਾਮੀ ਵਿੱਚ ਸੀ, ਪਰਮੇਸ਼ਰ ਨੇ ਸਾਨੂੰ ਛੁਡਾਇਆ। ਸੱਤਵਾਂ ਅਤੇ ਆਖਰੀ ਨਿਯਮ ਕਿਰਪਾ ਨਾਲ ਸੰਬੰਧਿਤ ਇਹ ਹੈ ਕਿ ਕਿਰਪਾ ਪ੍ਰਾਸ਼ਚਿਤ ਦੇ ਰਾਹੀਂ ਸਥਾਪਿਤ ਕੀਤੀ ਗਈ ਹੈ। ਮੈਨੂੰ ਕਈ ਵਾਰ ਸ਼ੱਕ ਪੈਂਦੀ ਰਹਿੰਦੀ ਹੈ, ਜੇਕਰ ਅਸੀਂ ਇਹ ਪ੍ਰਾਸ਼ਚਿਤ ਸ਼ਬਦ ਠੀਕ ਕਹਿੰਦੇ ਹੋਈਏ, ਆਓ ਜ਼ੋਰ ਨਾਲ ਮਿਲ ਕੇ ਇਹ ਸ਼ਬਦ ਉਚਾਰੀਏ, ਪ੍ਰਾਸ਼ਚਿਤ।
ਗੌਰ ਕਰੋ ਕਿ ਰੋਮੀਓ 3:25 ਵਿੱਚ ਕੀ ਆਖਿਆ ਗਿਆ ਹੈ। ਜਿਹਨੂੰ ਪਰਮੇਸ਼ਰ ਨੇ ਉਹਦੇ ਲਹੂ ਤੇ ਨੇਚਾ ਕਰਨ ਨਾਲ ਪ੍ਰਾਸ਼ਚਿਤ ਠਹਿਰਾਇਆ। ਇਹ ਪ੍ਰਾਸ਼ਚਿਤ ਕੀ ਹੈ? ਇਸ ਨੂੰ ਸਮਝਣ ਲਈ ਸਾਨੂੰ ਪੁਰਾਣੇ ਨੇਮ ਵਿੱਚ ਵਰਣਨ ਨੇਮ ਦੇ ਸੰਦੂਕ ਬਾਰੇ ਗੌਰ ਕਰਨਾ ਪੈਣਾ ਹੈ। ਇਸ ਦੇ ਇੱਕ ਹਿੱਸੇ ਨੂੰ ਕਿਰਪਾ ਦਾ ਸਰਪੋਸ਼ ਆਖਿਆ ਜਾਂਦਾ ਸੀ। ਠੀਕ ਉਹੀ ਸ਼ਬਦ ਪ੍ਰਾਸ਼ਚਿਤ ਮੂਲ ਭਾਸ਼ਾ ਵਿੱਚ ਇਸ ਵਾਸਤੇ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਅਰਥ ਸੰਤੁਸ਼ਟ ਹੋਣਾ ਹੁੰਦਾ ਹੈ। ਪ੍ਰਾਸ਼ਚਿਤ ਦੇ ਦਿਨ ਮਹਾਜਾਜਕ ਪਵਿੱਤਰ ਸਥਾਨ ਦੇ ਅੰਦਰ ਨੇਮ ਦੇ ਸੰਦੂਕ ਦੇ ਕੋਲ ਇੱਕ ਕੋਹੇ ਹੋਏ ਪਸ਼ੂ ਦੇ ਲਹੂ ਨਾਲ ਭਰਿਆ ਹੋਇਆ ਕਟੋਰਾ ਲੈ ਕੇ ਖੜਾ ਹੁੰਦਾ ਸੀ, ਜਿਸ ਵਿੱਚੋਂ ਲਹੂ ਲੈ ਕੇ ਉਹ ਕਿਰਪਾ ਦੇ ਸਰਪੋਸ਼ ਉੱਤੇ ਅਤੇ ਹੇਠਾਂ ਹਰ ਪਾਸੇ ਛਿੜਕਦਾ ਹੁੰਦਾ ਸੀ, ਤਾਂ ਕਿ ਕਰੂਬ ਜੋ ਕਿ ਕਿਰਪਾ ਦੇ ਸਰਪੋਸ਼ ਦੇ ਉੱਤੇ ਸਨ, ਜਦੋਂ ਉਹ ਆਪਣੇ ਖੰਭਾਂ ਦੇ ਵਿਸ਼ੀ ਤੱਕਣ, ਤਦ ਉਹ ਕਿਰਪਾ ਦੇ ਸਰਪੋਸ਼ ਨੂੰ ਤੱਕਣ, ਤਾਂ ਕਿ ਨਾ ਕਿ ਸ਼ਰਾਂ ਨੂੰ, ਜੋ ਨੇਮ ਦੀਆਂ ਤਖਤੀਆਂ ਵਜੋਂ ਰੱਖੇ ਗਏ ਸਨ। ਇਹ ਸਭ ਇਸ ਨੂੰ ਦਰਸਾਉਂਦੇ ਸੀ ਕਿ ਇੱਕ ਦਿਨ ਯਿਸੂ ਮਸੀਹ ਆਵੇਗਾ ਅਤੇ ਉਸ ਦੇ ਲਹੂ ਨੂੰ ਸਲੀਬ ਉੱਤੇ ਤੱਕੇਗਾ ਤੇ ਉਹ ਲਹੂ ਸਾਡੇ ਸਾਰੇ ਪਾਪਾਂ ਨੂੰ ਢੱਕਣ ਲਈ ਕਾਫੀ ਹੋਵੇਗਾ। ਅਸੀਂ ਭਾਵੇਂ ਕੌਣ ਅਤੇ ਕੋਈ ਵੀ ਕਿਉਂ ਨਾ ਹੋਈਏ, ਇਹ ਤਾਂ ਉਸ ਦੀ ਕਿਰਪਾ ਦੇ ਰਾਹੀਂ ਪਰਮੇਸ਼ਰ ਦੀ ਕਿਰਪਾ ਹੀ ਹੋਵੇਗੀ। ਇਸ ਨੂੰ ਹੀ ਪ੍ਰਾਸ਼ਚਿਤ ਆਖਿਆ ਗਿਆ ਹੈ। ਭਾਵ ਪਰਮੇਸ਼ਰ ਆਪਣੇ ਪੁੱਤਰ ਯਿਸੂ ਮਸੀਹ ਦੇ ਲਹੂ ਨੂੰ ਵੇਖ ਕੇ ਸੰਤੁਸ਼ਟ ਹੋ ਜਾਂਦਾ ਹੈ, ਫਿਰ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ। ਕਿਰਪਾ ਪ੍ਰਾਸ਼ਚਿਤ ਦੇ ਰਾਹੀਂ ਹੀ ਸਥਾਪਿਤ ਕੀਤੀ ਜਾਂਦੀ ਹੈ, ਠੀਕ ਜਿਸ ਤਰ੍ਹਾਂ ਪੁਰਾਣੇ ਨੇਮ ਵਿੱਚ ਮੂਸਾ ਅਤੇ ਉਸ ਦੀ ਪ੍ਰਜਾ ਮਿਸਰ ਨੂੰ ਛੱਡਣ ਸਮੇਂ ਤਦ ਪਰਮੇਸ਼ਰ ਨੇ ਆਖਿਆ ਸੀ ਕਿ ਜਦੋਂ ਮੈਂ ਪਸਾਹ ਦੇ ਲੇਲੇ ਦੇ ਲਹੂ ਨੂੰ ਦਰਵਾਜ਼ੇ ਦੇ ਉੱਤੇ ਲੱਗਿਆ ਵੇਖਾਂਗਾ, ਤਦ ਮੈਂ ਅੱਗੇ ਨਿਕਲ ਜਾਵਾਂਗਾ। ਹੁਣ ਜਦੋਂ ਪਰਮੇਸ਼ਰ ਮਸੀਹ ਦੇ ਲਹੂ ਨੂੰ ਤੌਬਾ ਕਰਨ ਵਾਲੇ ਕਿਸੇ ਪਾਪੀ ਦੇ ਦਿਲ ਉੱਤੇ ਲੱਗਿਆ ਵੇਖਦਾ ਹੈ, ਤਦ ਪਰਮੇਸ਼ਰ ਉਸ ਪਾਪੀ ਨੂੰ ਮਾਫ ਕਰ ਦਿੰਦਾ ਹੈ ਅਤੇ ਆਜ਼ਾਦ ਕਰ ਦਿੰਦਾ ਹੈ। ਜੌਨ ਨਿਊਟਨ ਦਾ ਇੱਕ ਸਭ ਤੋਂ ਅੱਛਾ ਦੋਸਤ ਵਿਲੀਅਮ ਕੋਪਰ ਸੀ, ਜੋ ਕਿ ਉਸ ਨੂੰ ਮਿਲਣ ਦੇ ਸਮੇਂ ਕਾਫੀ ਮੁਸੀਬਤ ਵਿੱਚ ਫਸਿਆ ਹੋਇਆ ਸੀ ਅਤੇ ਸਤਾਇਆ ਗਿਆ ਸੀ। ਉਸਨੇ 400 ਭਜਨ ਲਿਖੇ ਸਨ। ਉਸ ਦੇ ਖਰਾਬ ਵਰਤਾਓ ਕਰਕੇ ਉਸ ਦੇ ਕੁਝ ਦੋਸਤਾਂ ਨੇ ਉਸ ਨੂੰ ਡਾਕਟਰ ਨਥੈਨੀਅਲ ਕਲੋਟਨ ਕੋਲ ਭੇਜਿਆ ਅਤੇ ਉੱਥੇ ਹੌਲੀ-ਹੌਲੀ ਉਹ ਠੀਕ ਹੋਣ ਲੱਗਾ ਅਤੇ 6 ਮਹੀਨੇ ਬਾਅਦ ਉਸ ਨੇ ਹੌਲੀ-ਹੌਲੀ ਇਹ ਸਮਝਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਤਾਂ ਅਸਲ ਵਿੱਚ ਮੁਕਤੀ ਪਾਉਣ ਦੇ ਜੋਸ਼ ਸੀ ਅਤੇ ਬੜੇ ਅਦਭੁਤ ਢੰਗ ਨਾਲ ਉਸ ਦਾ ਮਨ ਪਰਿਵਰਤਨ ਹੋਇਆ ਸੀ। ਉਸ ਨੇ ਇੱਕ ਬਾਈਬਲ ਚੁੱਕੀ ਅਤੇ ਰੋਮੀਓ 3:21 ਤੋਂ 23 ਵਚਨ ਪੜ੍ਹੇ। ਇਹਨਾਂ ਵਚਨਾਂ ਨੂੰ ਕੱਢਿਆ 24-25 ਐਤਾਂ ਦੇ ਵਚਨ ਹਨ। ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਸੂ ਤੋਂ ਹੁੰਦਾ ਹੈ। ਬਾਅਦ ਵਿੱਚ ਆਪਣੇ ਇੱਕ ਲੇਖ ਵਿੱਚ ਉਹ ਲਿਖਦਾ ਹੈ ਕਿ ਮੈਂ ਝੱਟ ਇਸ ਉੱਤੇ ਨੇਚਾ ਕਰਨ ਦੀ ਸ਼ਕਤੀ ਪ੍ਰਾਪਤ ਕਰ ਲਈ ਅਤੇ ਮੈਂ ਉਸ ਦੁਆਰਾ ਕੀਤਾ ਨਿਸਤਾਰੇ ਦੀ ਬਹੁਤਾਤ ਨੂੰ ਸਮਝਿਆ, ਜੋ ਉਸ ਦੇ ਲਹੂ ਨਾਲ ਮੁੱਲ ਲਗਾਈ ਗਈ ਮੇਰੀ ਮਾਫੀ ਸੀ। ਉਸ ਦੇ ਦੁਆਰਾ ਧਰਮੀ ਠਹਿਰਾਏ ਜਾਣ ਦੀ ਸੰਪੂਰਨਤਾ ਨੂੰ ਜਾਣ ਲਿਆ ਸੀ। ਇੱਕ ਹੀ ਪਲ ਵਿੱਚ ਮੈਂ ਇਸ ਉੱਤੇ ਨੇਚਾ ਕਰ ਲਈ ਸੀ ਅਤੇ ਖੁਸ਼ਖਬਰੀ ਨੂੰ ਕਬੂਲ ਕਰ ਲਿਆ ਸੀ। ਉਹ ਇਹ ਖੁਸ਼ਖਬਰੀ ਦੀ ਸ਼ਕਤੀ ਦੇ ਦੁਆਰਾ ਅਦਭੁਤ ਤਰੀਕੇ ਨਾਲ ਬਦਲ ਗਿਆ ਸੀ। ਉਸਨੇ ਆਪਣੇ ਪਿਛਲੇ ਜੀਵਨ ਵੱਲ ਝਾਤੀ ਮਾਰਦਿਆਂ ਇਹ ਭਜਨ ਲਿਖਿਆ ਸੀ, ਇੱਕ ਚਸ਼ਮਾ ਸਲੀਬ ਤੋਂ ਜਾਰੀ ਜੋ ਵਹਿੰਦਾ ਹੈ ਕਰੂਜ਼ ਤੇ ਖਾਸ। ਹੁਣ ਅਸੀਂ ਜਦੋਂ ਵੀ ਇਹ ਭਜਨ ਗਾਉਂਦੇ ਹਾਂ, ਅਸੀਂ ਯਾਦ ਕਰਦੇ ਹਾਂ ਕਿ ਇਹ ਭਜਨ ਇੱਕ ਇਹੋ ਜਿਹੇ ਮਨੁੱਖ ਦੇ ਦੁਆਰਾ ਲਿਖਿਆ ਗਿਆ ਸੀ ਜਿਸ ਨੇ ਸੋਚਿਆ ਸੀ ਕਿ ਉਹ ਤਾਂ ਨੇਕ ਨਹੀਂ ਹੈ, ਉਹ ਤਾਂ ਇੱਕ ਮਸੀਹ ਹੋਣ ਦੇ ਯੋਗ ਨਹੀਂ ਹੈ ਅਤੇ ਉਸ ਦੇ ਪਾਪ ਨੂੰ ਢੱਕਣ ਲਈ ਪਰਮੇਸ਼ਰ ਦੀ ਕਿਰਪਾ ਕਾਫੀ ਨਹੀਂ ਹੈ। ਪਰ ਇੱਕ ਦਿਨ ਬਾਈਬਲ ਪੜ੍ਹਦਿਆਂ ਉਸ ਨੇ ਪਾ ਲਿਆ ਕਿ ਪਰਮੇਸ਼ਰ ਨੇ ਉਸ ਨਾਲ ਪਿਆਰ ਕੀਤਾ ਸੀ ਅਤੇ ਮਸੀਹ ਉਸ ਵਾਸਤੇ ਮੋਇਆ ਸੀ ਅਤੇ ਨੇਚਾ ਨਾਲ ਉਸ ਨੇ ਉਹ ਕਿਰਪਾ ਪਾਈ ਜੋ ਸਰਬ ਸ਼ਕਤੀਮਾਨ ਪਰਮੇਸ਼ਰ ਉਸ ਨੂੰ ਬਖਸ਼ਣ ਦੀ ਇੱਛਾ ਰੱਖਦਾ ਸੀ। ਮੇਰੇ ਦੋਸਤੋ, ਜੇਕਰ ਵਿਲੀਅਮ ਕੋਪਰ, ਜੌਨ ਨਿਊਟਨ, ਸਾਰੇ ਰਸੂਲ ਅਤੇ ਡੈਨੀਅਲ ਜਰਮੀਆ ਬਚਾਇਆ ਜਾ ਸਕਦੇ ਹਨ, ਤਦ ਸੱਚਮੁੱਚ ਆਪ ਵੀ ਬਚਾਏ ਜਾ ਸਕਦੇ ਹੋ। ਆਪ ਨੇ ਕੁਝ ਵੀ ਕਿਉਂ ਨਾ ਕੀਤਾ ਹੋਵੇ ਅਤੇ ਆਪ ਕੁਝ ਵੀ ਕਿਉਂ ਨਾ ਸੋਚਦੇ ਹੋਵੋ ਜੋ ਕਿ ਆਪ ਨੂੰ ਪਰਮੇਸ਼ਰ ਦੀ ਕਿਰਪਾ ਤੋਂ ਰੋਕੀ ਰੱਖਦਾ ਹੈ। ਜੇਕਰ ਆਪ ਨੇ ਯਿਸੂ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਨਹੀਂ ਕੀਤਾ ਅਤੇ ਆਪਣੇ ਪਾਪ ਨੂੰ ਢੱਕਣ ਲਈ ਉਸ ਦੀ ਕਿਰਪਾ ਨੂੰ ਕਬੂਲ ਨਹੀਂ ਕੀਤਾ, ਤਦ ਅੱਜ ਆਪ ਇਹ ਸਭ ਕੁਝ ਕਰ ਸਕਦੇ ਹੋ। ਆਮੀਨ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਅਸੀਂ ਜਾਣਿਆ ਕਿ ਕਿਰਪਾ ਦਾ ਮਤਲਬ ਆਪਣੇ ਕੰਮਾਂ ਦੇ ਦੁਆਰਾ ਸਵਰਗ ਨੂੰ ਜਾਣ ਦੀ ਕੋਸ਼ਿਸ਼ ਕਰਨਾ ਨਹੀਂ ਹੈ। ਰੋਮੀਆਂ ਦੀ ਪੱਤਰੀ, ਜਿਸ ਦੇ ਵਿੱਚੋਂ ਅਸੀਂ ਆਪਣੇ ਅੱਜ ਦਾ ਅਧਿਐਨ ਕੀਤਾ, ਉਸ ਦਾ ਨਿਚੋੜ ਇਹੀ ਹੈ ਕਿ ਕਿਰਪਾ ਕੰਮਾਂ ਦੇ ਨਾਲ ਘੁਲੀ ਮਿਲੀ ਨਹੀਂ ਹੈ। ਇਹ ਬਿਲਕੁਲ ਖਾਲਿਸ ਹੈ, ਇਸ ਦੇ ਵਿੱਚ ਕੋਈ ਮਿਲਾਵਟ ਨਹੀਂ ਹੈ। ਪਰਮੇਸ਼ਰ ਨੇ ਸਾਨੂੰ ਸਾਡੀਆਂ ਉਲਝਣਾਂ ਵਿੱਚੋਂ ਬਾਹਰ ਕੱਢਣ ਲਈ ਕਿਰਪਾ ਦੁਆਰਾ ਹੀ ਇੰਤਜ਼ਾਮ ਕੀਤਾ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਿਰਪਾ ਦੇ 7 ਨਿਯਮਾਂ ਬਾਰੇ ਜਾਣਿਆ। ਆਓ ਆਪਾਂ
ਇਸ ਨੂੰ ਇੱਕ ਵਾਰੀ ਫੇਰ ਤੋਂ ਦੁਹਰਾ ਲੈਂਦੇ ਹਾਂ। ਕਿਰਪਾ ਦਾ ਪਹਿਲਾ ਨਿਯਮ ਸੀ, ਕਿਰਪਾ ਕੰਮਾਂ ਤੋਂ ਬਗੈਰ ਹੈ। ਇਸ ਦਾ ਅਰਥ ਹੈ ਕਿ ਪਰਮੇਸ਼ਰ ਸਾਡੇ ਉੱਤੇ ਜੋ ਕਿਰਪਾ ਕਰਦਾ ਹੈ ਉਸ ਦੇ ਵਿੱਚ ਸਾਡੇ ਚੰਗੇ ਅਤੇ ਧਰਮ ਦੇ ਕੰਮਾਂ ਦਾ ਕੋਈ ਯੋਗਦਾਨ ਨਹੀਂ ਹੈ। ਇਹ ਪੂਰੀ ਤਰ੍ਹਾਂ ਪਰਮੇਸ਼ਰ ਵੱਲੋਂ ਹੈ ਅਤੇ ਪਾਪਾਂ ਤੋਂ ਸਾਡੀ ਮੁਕਤੀ ਦੇ ਲਈ ਪ੍ਰਭੂ ਯਿਸੂ ਮਸੀਹ ਵਿੱਚ ਇੱਕ ਮਹਾਨ ਵਰਦਾਨ ਹੈ। ਕਿਰਪਾ ਦਾ ਦੂਜਾ ਨਿਯਮ ਨੇਚਾ ਦੁਆਰਾ ਕਬੂਲਿਆ ਜਾਣਾ ਸੀ। ਇਸ ਦਾ ਮਤਲਬ ਇਹ ਹੈ ਕਿ ਵਿਸ਼ਵਾਸ ਹੀ ਉਹ ਰਸਤਾ ਹੈ ਜਿਸ ਦੇ ਰਾਹੀਂ ਅਸੀਂ ਕਿਰਪਾ ਨੂੰ ਹਾਸਿਲ ਕਰ ਸਕਦੇ ਹਾਂ। ਸਾਡੇ ਲਈ ਕਿਰਪਾ ਪ੍ਰਭੂ ਯਿਸੂ ਮਸੀਹ ਦੇ ਰੂਪ ਵਿੱਚ ਪਰਮੇਸ਼ਰ ਵੱਲੋਂ ਦਿੱਤਾ ਗਿਆ ਵਰਦਾਨ ਹੈ, ਜੋ ਕਿ ਸਾਡਾ ਮੁਕਤੀਦਾਤਾ ਹੋਣ ਦੇ ਲਈ ਇਸ ਧਰਤੀ ਦੇ ਉੱਤੇ ਪ੍ਰਗਟ ਹੋਇਆ ਸੀ। ਕਿਰਪਾ ਦਾ ਤੀਜਾ ਨਿਯਮ ਦੱਸਦਾ ਹੈ ਕਿ ਕਿਰਪਾ ਉਹਨਾਂ ਸਭਨਾਂ ਲੋਕਾਂ ਦੇ ਲਈ ਉਪਲਬਧ ਹੈ ਜਿਹੜੇ ਕਿ ਨੇਚਾ ਕਰਦੇ ਹਨ। ਕਿਰਪਾ ਦੇ ਚੌਥੇ ਨਿਯਮ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਰਪਾ ਧਰਮੀ ਠਹਿਰਾਏ ਜਾਣ ਲਈ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦਾ ਭਾਵ ਇਹ ਹੈ ਕਿ ਜਦੋਂ ਤੱਕ ਅਸੀਂ ਆਪਣੇ ਪਾਪਾਂ ਤੋਂ ਤੌਬਾ ਕਰਕੇ ਪਰਮੇਸ਼ਰ ਵੱਲ ਨਹੀਂ ਮੁੜਦੇ ਅਤੇ ਪ੍ਰਭੂ ਯਿਸੂ ਮਸੀਹ ਦੇ ਲਹੂ ਦੁਆਰਾ ਪਵਿੱਤਰ ਨਹੀਂ ਕੀਤੇ ਜਾਂਦੇ, ਪਰਮੇਸ਼ਰ ਸਾਨੂੰ ਕਦੇ ਵੀ ਧਰਮੀ ਨਹੀਂ ਮੰਨਦਾ। ਅਸੀਂ ਕਿਰਪਾ ਨੂੰ ਉਦੋਂ ਹੀ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਧਰਮੀ ਠਹਿਰਦੇ ਹਾਂ। ਕਿਰਪਾ ਦਾ ਪੰਜਵਾਂ ਨਿਯਮ ਸਾਨੂੰ ਦੱਸਦਾ ਹੈ ਕਿ ਕਿਰਪਾ ਮੁਫਤ ਵਿੱਚ ਬਖਸ਼ੀ ਜਾਂਦੀ ਹੈ। ਇਸ ਦਾ ਕੋਈ ਮੁੱਲ ਨਹੀਂ ਹੈ। ਕਿਸੇ ਨੇ ਕਿੰਨਾ ਸੋਹਣਾ ਕਿਹਾ ਹੈ ਕਿ ਸਵਰਗ ਦੇ ਵਿੱਚ ਵਿਰਾਜਮਾਨ ਸਾਡਾ ਪਿਤਾ ਪਰਮੇਸ਼ਰ ਇੰਨਾ ਅਮੀਰ ਹੈ ਕਿ ਉਹ ਕਿਰਪਾ ਦੇ ਫਲ ਨੂੰ ਵੇਚਦਾ ਹੀ ਨਹੀਂ ਹੈ ਅਤੇ ਅਸੀਂ ਇੰਨੇ ਗਰੀਬ ਹਾਂ ਕਿ ਅਸੀਂ ਇਸ ਨੂੰ ਖਰੀਦ ਨਹੀਂ ਸਕਦੇ। ਦੋਸਤੋ, ਅਸੀਂ ਕਿਰਪਾ ਦੇ ਫਲ ਨੂੰ ਪਰਮੇਸ਼ਰ ਪਿਤਾ ਤੋਂ ਸਿਰਫ ਨਿਮਰਤਾ ਦੇ ਨਾਲ ਹੀ ਪ੍ਰਾਪਤ ਕਰ ਸਕਦੇ ਹਾਂ। ਕਿਰਪਾ ਦਾ 6ਵਾਂ ਨਿਯਮ ਕਿਰਪਾ ਮਾਲਕ ਤੇ ਛੁਟਕਾਰੇ ਰਾਹੀਂ ਮਿਲਦੀ ਹੈ। ਇਸ ਨਿਯਮ ਦੇ ਅਨੁਸਾਰ ਪ੍ਰਭੂ ਯਿਸੂ ਮਸੀਹ ਸਾਨੂੰ ਪਾਪ ਦੀ ਗੁਲਾਮੀ ਦੀ ਮੰਡੀ ਵਿੱਚੋਂ ਇੱਕ ਵੱਡੀ ਕੀਮਤ ਦੇ ਕੇ ਸਾਨੂੰ ਗੁਲਾਮੀ ਤੋਂ ਛੁਡਾਉਂਦੇ ਹਨ ਅਤੇ ਪਰਮੇਸ਼ਰ ਦੀ ਸੰਤਾਨ ਹੋਣ ਦੇ ਲਈ ਸਾਨੂੰ ਸਵਰਗ ਦੇ ਵੱਲ ਲੈ ਕੇ ਚੱਲਦੇ ਹਨ। ਕਿਰਪਾ ਦਾ 7ਵਾਂ ਤੇ ਆਖਰੀ ਨਿਯਮ ਹੈ ਕਿਰਪਾ ਪ੍ਰਾਸ਼ਚਿਤ ਦੇ ਰਾਹੀਂ ਸਥਾਪਿਤ ਕੀਤੀ ਜਾਂਦੀ ਹੈ। ਇਸ ਨਿਯਮ ਦੇ ਅਨੁਸਾਰ ਪ੍ਰਾਸ਼ਚਿਤ ਦਾ ਅਰਥ ਸੰਤੁਸ਼ਟ ਹੋਣਾ ਹੁੰਦਾ ਹੈ। ਪਿਤਾ ਪਰਮੇਸ਼ਰ ਆਪਣੇ ਪੁੱਤਰ ਯਿਸੂ ਮਸੀਹ ਦੇ ਬਲੀਦਾਨ ਦੁਆਰਾ ਉਸ ਦੇ ਲਹੂ ਤੋਂ ਸੰਤੁਸ਼ਟ ਹੋ ਜਾਂਦਾ ਹੈ ਅਤੇ ਫਿਰ ਉਹ ਸਾਨੂੰ ਦੋਸ਼ੀ ਨਹੀਂ ਠਹਿਰਾਉਂਦਾ। ਕੁੱਲ ਮਿਲਾ ਕੇ ਮੁੱਕਦੀ ਗੱਲ ਜੋ ਕਿ ਅੱਜ ਦੇ ਪ੍ਰੋਗਰਾਮ ਤੋਂ ਅਸੀਂ ਸਿੱਖੀ ਹੈ ਉਹ ਇਹ ਹੈ ਕਿ ਪਰਮੇਸ਼ਰ ਦੀ ਕਿਰਪਾ ਨੂੰ ਅਸੀਂ ਆਪਣੇ ਯਤਨਾਂ ਨਾਲ ਨਹੀਂ ਹਾਸਿਲ ਕਰ ਸਕਦੇ। ਕਿਰਪਾ ਪਰਮੇਸ਼ਰ ਦਾ ਮਹਾਨ ਵਰਦਾਨ ਹੈ ਅਤੇ ਇਹ ਕੇਵਲ ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੋਸਤੋ, ਪਰਮੇਸ਼ਰ ਪਿਤਾ ਤੁਹਾਨੂੰ ਪਿਆਰ ਕਰਦਾ ਹੈ। ਤੁਸੀਂ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਦੁਆਰਾ ਕਿਰਪਾ ਨੂੰ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੇ ਆਪ ਨੂੰ ਪਾਪ ਦੀ ਗੁਲਾਮੀ ਤੋਂ ਛੁਡਾ ਸਕਦੇ ਹੋ। ਹੁਣ ਸਾਡਾ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮੇਂ ਹੋ ਗਿਆ ਹੈ। ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਸਾਨੂੰ ਆਪਣੇ ਵਿਚਾਰ ਦੱਸ ਸਕਦੇ ਹੋ। ਆਓ ਅਸੀਂ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਕਿਰਪਾਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਂ 'ਚ ਅਸੀਂ ਤੁਹਾਡੇ ਚਰਨਾਂ ਜਾਂਦੇ ਪ੍ਰਭੂ। ਅੱਜ ਦੇ ਵਚਨ ਵਾਸਤੇ ਅਸੀਂ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ, ਤੁਸੀਂ ਸਾਡੇ ਤੇ ਮਿਹਰ ਕੀਤੀ, ਸਾਨੂੰ ਪਿਤਾ ਪਰਮੇਸ਼ਰ ਆਸ਼ੀਸ਼ ਬਰਕਤ ਦਿੱਤੀ ਔਰ ਸਾਨੂੰ ਕਿਰਪਾ ਬਾਰੇ ਸਿਖਾਇਆ ਕਿ ਸੱਚਮੁੱਚ ਇਹ ਮਹਾਨ ਚੀਜ਼ ਹੈ ਪ੍ਰਭੂ ਜੋ ਤੁਹਾਡੇ ਵੱਲੋਂ ਸਾਨੂੰ ਮੁਫਤ ਵਿੱਚ ਮਿਲੀ ਹੈ। ਪਿਤਾ, ਅਸੀਂ ਇਸ ਕਿਰਪਾ ਦਾ ਸਨਮਾਨ ਕਰਦੇ ਹਾਂ ਪਿਤਾ ਪਰਮੇਸ਼ਰ, ਔਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਹਦੇ ਜ਼ਰੀਏ ਮੁਕਤੀ ਦਾ ਰਸਤਾ ਦੱਸਿਆ ਔਰ ਪ੍ਰਭੂ ਯਿਸੂ ਮਸੀਹ ਦੇ ਕੋਲ ਆਉਣ ਦਾ ਮੌਕਾ ਸਾਨੂੰ ਬਖਸ਼ਿਆ। ਧੰਨਵਾਦ ਕਰਦੇ ਸਾਰੀ ਚੀਜ਼ਾਂ ਦੇ ਲਈ ਔਰ ਤੁਹਾਡੇ ਕਿਰਪਾ ਦੇ ਇਸ ਅੱਛੇ ਵਚਨ ਦੇ ਲਈ ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।